ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੁਸਤਕ ਪੂਰਨ ਸੋਈ ਸੰਤ ਜੀਵਨ ਸਾਖੀਆਂ। ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਲੜੀਵਾਰ। ਪੌੜੀ ਛੁੜਕੀ ਫਿਰ ਹਾਥ ਨਾ ਆਵੇ। ਬਾਬਾ ਜੀ ਸਾਰੀ ਸੰਗਤ ਨੂੰ ਵਾਰ-ਵਾਰ ਇਹ ਬਚਨ ਕਰਦੇ ਸਨ ਕਿ ਪੁੱਤ ਸਮਾਂ ਸਾਂਭ ਲਵੋ। ਹੁਣ ਵੱਤਰ ਆਇਆ ਹੈ ਤੇ ਬੀਜ ਲਵੋ, ਨਹੀਂ ਤੇ ਜੇ ਇਸ ਵਾਰ ਥਿੜਕ ਗਏ ਤੇ ਪਤਾ ਨਹੀਂ ਫਿਰ ਕਦੋਂ ਵਾਰੀ ਆਏਗੀ। ਹੁਣ ਵੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਜੇ ਕਿਤੇ ਹੁਣ ਪੌੜੀ ਛੁੜਕ ਗਈ ਤੇ ਫਿਰ ਇਹ ਵੇਲਾ ਹੱਥ ਨਹੀਂ ਆਉਣਾ। ਪੌੜੀ ਛੁੜਕੀ ਫਿਰ ਹਾਥ ਨਾ ਆਵੇ, ਇਹਲਾ ਜਨਮ ਗਵਾਇਆ। ਭਾਈ ਨੰਦ ਲਾਲ ਜੀ ਵੀ ਬਚਨ ਕਰਦੇ ਹਨ ਕਿ ਹੇ ਭਾਈ, ਆਪਣੇ ਜੀਵਨ ਦੀ ਪੂੰਜੀ ਪ੍ਰਾਪਤ ਕਰ। ਨਾਮ ਜਪ ਕੇ ਉਮਰ ਨੂੰ ਸੁਫਲਾ ਕਰ। ਇਹ ਜੀਵਨ ਸਵੇਰ ਦੀ ਪੌਣ ਵਾਂਗ ਹੈ, ਜਿਸ ਦਾ ਕੋਈ ਪਤਾ ਨਹੀਂ ਲੱਗਦਾ ਕਿ ਕਿੱਧਰੋਂ ਆਈ ਤੇ ਕਿੱਧਰ ਨੂੰ ਲੰਘ ਗਈ। ਈ ਬਸਾਤ ਉਮਰ ਰਾਹ ਦਰਿਆਬ, ਕੀ ਬਾਦ ਸਬਾ। ਅੱਜ ਕੁਜਾ ਆਮਦ ਨਾ ਦਾਨਮ, ਵਾਜ਼ਾ ਕੁਜਾ ਖਾਹਦ ਕੁਜਸਤ। ਇਸੇ ਪ੍ਰਥਾਏ ਇੱਕ ਕਰਨਲ ਸਾਹਿਬ, ਜੋ ਕਿ ਬਾਬਾ ਜੀ ਦੇ ਸੰਗੀ ਸਨ, ਦੇ ਨਾਲ ਵੀ ਬਾਬਾ ਜੀ ਦੇ ਬਚਨ ਹੋਏ ਸਨ। ਗੁਰਦੁਆਰਾ ਸੰਗਤਸਰ ਸਾਹਿਬ ਘਣੂਪੁਰ ਕਾਲੇ ਦੇ ਲਾਗੇ ਸੜਕ 'ਤੇ ਪੱਥਰ ਪੈ ਰਿਹਾ ਸੀ। ਇੱਕ ਦਿਨ ਇਸੇ ਸੜਕ ਤੋਂ ਲੰਘ ਕੇ ਕਰਨਲ ਸਾਹਿਬ ਬਾਬਾ ਜੀ ਦੇ ਦਰਸ਼ਨ ਕਰਨ ਲਈ ਕੁਟੀਆ ਵਿਖੇ ਆਏ। ਫਤਿਹ ਦੀ ਸਾਂਝ ਕਰਕੇ ਉਹਨਾਂ ਨੇ ਬਾਬਾ ਜੀ ਦੇ ਨਾਲ ਬਚਨ ਕੀਤਾ ਕਿ ਬਾਬਾ ਜੀ, ਇਹ ਜੋ ਸੜਕ 'ਤੇ ਪੱਥਰ ਪਾ ਰਹੇ ਹਨ, ਇਹ ਕੌਣ ਹਨ? ਬਾਬਾ ਜੀ ਕਹਿੰਦੇ ਕਿ ਸਾਨੂੰ ਕੀ ਪਤਾ ਕਿ ਕੌਣ ਹਨ। ਕਰਨਲ ਸਾਹਿਬ ਦੀ ਬਾਬਾ ਜੀ 'ਤੇ ਬਹੁਤ ਸ਼ਰਧਾ ਸੀ। ਉਹ ਹੱਥ ਜੋੜ ਕੇ ਕਹਿੰਦੇ ਕਿ ਬਾਬਾ ਜੀ, ਜੇ ਤੁਹਾਨੂੰ ਨਹੀਂ ਪਤਾ ਤਾਂ ਫਿਰ ਕਿਸੇ ਨੂੰ ਵੀ ਪਤਾ ਨਹੀਂ ਹੋ ਸਕਦਾ। ਆਪ ਜੀ ਕਿਰਪਾ ਕਰੋ, ਮੈਨੂੰ ਇਹ ਭੇਦ ਦੀ ਸੋਝੀ ਜ਼ਰੂਰ ਦਿਓ। ਪਾਤਸ਼ਾਹ ਵੀ ਬਚਨ ਕਰਦੇ ਹਨ ਕਿ ਵਾਹੋ ਵਾਹੋ ਜਪਣ ਵਾਲੇ ਗੁਰਮੁਖ ਜਨਾਂ ਨੂੰ ਤਿੰਨਾਂ ਭਵਨਾਂ ਦੀ ਸੋਝੀ ਹੁੰਦੀ ਹੈ। ਗੁਰਮੁਖ ਅੰਮ੍ਰਿਤ ਪੀਵਨਾ, ਵਾਹੋ ਵਾਹੋ ਕਰਹਿ ਲਿਵ ਲਾਏ। ਨਾਨਕ ਵਾਹੋ ਵਾਹੋ ਕਰੇ ਸੇ ਜਨ ਨਿਰਮਲੇ, ਤਿਰ ਭਵਨ ਸੋਝੀ ਪਾਏ। ਬਾਬਾ ਜੀ 2-4 ਮਿੰਟ ਚੁੱਪ ਰਹੇ ਤੇ ਫਿਰ ਬਚਨ ਕੀਤਾ ਕਿ ਪੁੱਤ, ਇਹ ਪਿਛਲੇ ਜਨਮਾਂ ਦੇ ਰਾਜੇ ਮਹਾਰਾਜੇ ਹਨ, ਵੱਡੇ ਅਹੁਦੇਦਾਰ ਹਨ, ਪਰ ਇਹਨਾਂ ਨੇ ਚੱਲੇ ਚੱਲਣਹਾਰ ਵਾਟ ਵਟਾਇਆ। ਧੰਦ ਪਿਟੇ ਸੰਸਾਰ ਸੱਚ ਨਾ ਪਾਇਆ, ਅਨੁਸਾਰ ਰਸ ਕਸਾਂ ਵਿੱਚ ਹੀ ਜਨਮ ਅਜਾਈਂ ਗਵਾ ਲਏ। ਇਹਨਾਂ ਨੇ ਸਮੇਂ ਦੀ ਸਾਰ ਨਹੀਂ ਜਾਣੀ, ਸਮੇਂ ਦੀ ਕਦਰ ਨਹੀਂ ਕੀਤੀ। ਮਾਇਆ ਕੀ ਕਿਰਤ ਛੋੜ ਗਵਾਈ, ਭਗਤੀ ਸਾਰ ਨਾ ਜਾਣੈ। ਇਹ ਹਰ ਵੇਲੇ ਵਿਕਾਰਾਂ ਵਿੱਚ ਗਲਤਾਨ ਰਹਿੰਦੇ ਸਨ। ਇਹਨਾਂ ਨੇ ਆਪਣੇ ਰੁਤਬੇ ਦਾ ਅਹੰਕਾਰ ਕੀਤਾ, ਆਪਣੇ ਮਹਿਲਾਂ ਦਾ ਅਹੰਕਾਰ ਕੀਤਾ, ਆਪਣੀ ਮਾਇਆ ਦਾ ਅਹੰਕਾਰ ਕੀਤਾ, ਆਪਣੀ ਸੁੰਦਰਤਾ ਦਾ, ਜੋਬਨ ਦਾ ਅਹੰਕਾਰ ਕੀਤਾ। ਇਹ ਅਹੰਕਾਰ ਹੀ ਇਹਨਾਂ ਨੂੰ ਅੱਜ ਇੱਥੇ ਲੈ ਆਇਆ। ਬਚਨ ਵੀ ਹੈ, ਰਾਜ ਕਪਟੰ ਰੂਪ ਕਪਟੰ, ਧਨ ਕਪਟੰ ਕੁਲ ਗਰਵਤੈ। ਸੰਚੰਤ ਬਿਖਿਆ ਸ਼ਰੰ ਛਿਦਰੰ, ਨਾਨਕ ਬਿਨ ਹਰ ਸੰਗ ਨਾ ਚਾਲਤੇ। ਉਦੋਂ ਇਹ ਕਿਸੇ ਤੇ ਤਰਸ ਨਹੀਂ ਕਰਦੇ ਸਨ। ਅੱਜ ਇਹਨਾਂ ਦੇ ਕੋਲੋਂ ਹਜ਼ਾਰਾਂ ਲੋਕ ਲੰਘਦੇ ਹਨ, ਪਰ ਕੋਈ ਇਹਨਾਂ ਨੂੰ ਪਾਣੀ ਤੱਕ ਨਹੀਂ ਪੁੱਛਦਾ। ਅੱਜ ਇਹਨਾਂ 'ਤੇ ਕੋਈ ਤਰਸ ਨਹੀਂ ਕਰਦਾ। ਇਹ ਆਪਣੇ ਹੀ ਕਰਮ ਭੋਗ ਰਹੇ ਹਨ। ਇਹੀਓ ਇਹਨਾਂ ਦਾ ਨਰਕ ਹੈ। ਬਚਨ ਵੀ ਹੈ, ਆਪਸ ਕੋ ਦੀਰਘ ਕਰ ਜਾਣੈ, ਔਰਨ ਕੋ ਲਗ ਮਾਤ। ਮਨਸਾ ਬਾਚਾ ਕਰਮ ਨਾ, ਮੈਂ ਦੇਖੇ ਦੋਜਕ ਜਾਤ। ਪੁੱਤ, ਇਹ ਸਮਾਂ ਅਜਾਈਂ ਨਾ ਗਵਾਓ, ਇਸ ਨੂੰ ਸਾਂਭ ਲਵੋ। ਵਿਕਾਰਾਂ ਵਿੱਚ ਇਸ ਨੂੰ ਗਲਤਾਨ ਨਾ ਕਰੋ, ਇਸ ਦਾ ਅਹੰਕਾਰ ਨਾ ਕਰੋ, ਨਹੀਂ ਤੇ ਆਉਣ ਵਾਲੇ ਸਮੇਂ ਵਿੱਚ ਇਹ ਹਾਲ ਹੁੰਦਾ ਹੈ ਕਿ ਝੁੱਗੀਆਂ ਝੌਂਪੜੀਆਂ ਵਿੱਚ ਜਨਮ ਲੈਣਾ ਪੈਂਦਾ।
ਬੜੀ ਤਰਸਯੋਗ ਹਾਲਤ ਬਣ ਜਾਂਦੀ ਹੈ। ਰਾਜ ਤੇ ਕੀਟ, ਕੀਟ ਤੇ ਸੁਰਪਤ, ਕਰ ਦੋਖ ਜਠਰ ਕੋ ਭਰਤੇ, ਕਿਰਪਾ ਨਿਧ ਛੋੜ ਆਨ ਕੋ ਪੂਜੈ, ਆਤਮ ਘਾਤੀ ਹਰਤੇ, ਹਰ ਬਿਸਰਤ ਤੇ ਦੁਖ ਦੁਖ ਮਰਤੇ, ਅਨਕ ਬਾਰ ਭ੍ਰਮੈ ਬਹੁ ਜੌਨੀ, ਟੇਕ ਨ ਕਾਹੂ ਧਰਤੇ ਰਹਾਓ। ਪਰ ਬਾਬਾ ਜੀ ਬੜੀ ਦਿਆਲੂ ਬਿਰਤੀ ਵਾਲੇ ਮਹਾਂਪੁਰਖ ਸਨ। ਇਹਨਾਂ ਮਜ਼ਦੂਰਾਂ ਨੇ ਸੜਕ 'ਤੇ ਪੱਥਰ ਪਾਉਣ ਦਾ ਕੰਮ ਕਰਕੇ ਲੰਗਰ ਛਕਣ ਲਈ ਗੁਰਦੁਆਰਾ ਸੰਗਤਸਰ ਸਾਹਿਬ ਵਿਖੇ ਆਉਣਾ ਤਾਂ ਬਾਬਾ ਜੀ ਨੇ ਲਾਂਗਰੀ ਸੱਜਣਾ ਨੂੰ ਕਹਿਣਾ, ਭਾਈ ਇਹਨਾਂ ਲਈ ਲੰਗਰ ਵਿੱਚ ਮਿੱਠੇ ਚੌਲ ਬਣਾਓ, ਵੱਖ-ਵੱਖ ਸਬਜ਼ੀਆਂ ਬਣਾਓ, ਖੀਰ ਬਣਾਓ, ਦੇਸੀ ਘਿਓ ਵੀ ਛਕਾਓ, ਇਹ ਰਾਜੇ ਮਹਾਰਾਜੇ ਆਏ ਨੇ। ਐਸੀ ਬ੍ਰਹਮ ਦ੍ਰਿਸ਼ਟੀ ਵਾਲੇ ਮਹਾਂਪੁਰਖ ਸਨ। ਗੁਰਮੁਖ ਦੀ ਅਵਸਥਾ ਹੀ ਬੜੀ ਨਿਆਰੀ ਹੈ। ਐਸੀ ਅਵਸਥਾ ਪਰਥਾਏ ਪਾਤਸ਼ਾਹ ਬਚਨ ਕਰਦੇ ਹਨ, ਤ੍ਰੈ ਗੁਣ ਮਾਇਆ ਮੋਹ ਵਿਆਪੇ, ਤੁਰਿਆ ਗੁਣ ਹੈ ਗੁਰਮੁਖ ਲਹੀਆ, ਏਕ ਦ੍ਰਿਸ਼ਟ ਸਭ ਸਮ ਕਰ ਜਾਣੈ, ਨਦਰੀ ਆਵੈ ਸਭ ਬ੍ਰਹਮ ਪਸਰਈਆ। ਰਾਮ ਨਾਮ ਹੈ ਜੋਤਿ ਸਬਾਈ, ਗੁਰਮੁਖ ਆਪੇ ਅਲਖ ਲਖਈਆ, ਨਾਨਕ ਦੀਨ ਦਇਆਲ ਭਏ ਹੈ, ਭਗਤ ਭਾਏ ਹਰਿ ਨਾਮ ਸਮਈਆ। ਉਹਨਾਂ ਮਜ਼ਦੂਰਾਂ ਨੇ ਵੀ ਮਨ ਸਮੰਨਾ ਲੰਗਰ ਛਕਣਾ ਤਾਂ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਬਾਬਾ ਜੀ, ਧੰਨ ਬਾਬਾ ਜੀ ਕਰਨਾ। ਇਹ ਬੜਾ ਸੋਝੀ ਵਾਲਾ ਬਚਨ ਬਾਬਾ ਜੀ ਨੇ ਕਰਨਲ ਸਾਹਿਬ ਨਾਲ ਸਾਂਝਾ ਕੀਤਾ। ਪੂਰਾ ਨਿਆਂ ਕਰੇ ਕਰਤਾਰ। ਇਸੇ ਪਰਥਾਏ ਇੱਕ ਸੱਜਣ ਨੇ ਬਾਬਾ ਜੀ ਨੂੰ ਇੱਕ ਵਾਰ ਰੋਸ ਵੀ ਪ੍ਰਗਟ ਕੀਤਾ ਸੀ ਕਿ ਬਾਬਾ ਜੀ, ਰੱਬ ਦਾ ਵੀ ਕਿਹੋ ਜਿਹਾ ਨਿਆਂ ਹੈ। ਕਿਸੇ ਦੀ 2 ਡੰਗ ਦੀ ਰੋਟੀ ਵੀ ਨਹੀਂ ਪੱਕਦੀ ਤੇ ਕਿਸੇ ਨੂੰ ਕਈ ਪ੍ਰਕਾਰ ਦੇ ਪਕਵਾਨ ਦਿੱਤੇ ਹਨ, ਪਕਾ ਕੇ ਖਵਾਉਣ ਵਾਲੇ ਵੀ ਦਿੱਤੇ ਹਨ। ਕਿਸੇ ਕੋਲ ਤਨ ਢੱਕਣ ਨੂੰ ਵੀ ਕੱਪੜਾ ਨਹੀਂ ਤੇ ਕਿਸੇ ਨੂੰ ਰੰਗ ਬਿਰੰਗੇ ਪਾਉਣ ਨੂੰ। ਕੋਈ ਸੜਕ ਦੇ ਕਿਨਾਰੇ ਰਾਤ ਕੱਟਦਾ ਤੇ ਕੋਈ ਉੱਚੇ ਉੱਚੇ ਮਹਿਲ ਮੁਨਾਰਿਆਂ ਵਿੱਚ। ਸਮਝ ਨਹੀਂ ਆਉਂਦੀ ਕਿ ਇਹ ਰੱਬ ਦਾ ਕਿਹੋ ਜਿਹਾ ਨਿਆਂ ਹੈ। ਬਾਬਾ ਜੀ ਉਹ ਸੱਜਣ ਨੂੰ ਕਹਿੰਦੇ ਕਿ ਭਾਈ, ਤੇਰਾ ਘਰ ਸਦਾ ਸਦਾ ਹੈ ਨਿਆਓ। ਇਹ ਭਾਈ ਪਰਮੇਸ਼ਵਰ ਭੁੱਲਾ ਨਹੀਂ, ਉਸ ਦਾ ਨਿਆਂ ਪੂਰਾ ਹੈ, ਉੱਥੇ ਕੋਈ ਵਾਧ ਘਾਟ ਨਹੀਂ। ਉਦਾਹਰਨ ਦੇ ਕੇ ਸਮਝਾਇਆ ਕਿ ਪੁੱਤ, ਪਰਮੇਸ਼ਵਰ ਨੂੰ ਇਉਂ ਜਾਣੋ ਕਿ ਉਹ ਇੱਕ ਬੈਂਕ ਹੈ ਜਿਸ ਵਿੱਚ ਸਾਡੇ ਸਾਰਿਆਂ ਦੇ ਕਰਮ ਰੂਪੀ ਖਾਤੇ ਖੁੱਲ੍ਹੇ ਹੋਏ ਹਨ। ਅਸੀਂ ਇਸ ਬੈਂਕ ਵਿੱਚੋਂ ਸਵਾਸਾਂ ਰੂਪੀ ਕਰਜ਼ਾ ਲੈ ਕੇ ਇਸ ਧਰਤੀ 'ਤੇ ਆਉਂਦੇ ਹਾਂ ਤੇ ਸਿਮਰਨ ਰੂਪੀ ਪੂੰਜੀ ਇਸ ਬੈਂਕ ਵਿੱਚ ਜਮ੍ਹਾਂ ਕਰਵਾਉਂਦੇ ਹਾਂ। ਪੂੰਜੀ ਨਾਮ ਗੁਰਮੁਖ ਵਿਸਾਹਾ। ਜਿਵੇਂ ਜਿਵੇਂ ਅਸੀਂ ਸੇਵਾ ਸਿਮਰਨ ਰੂਪੀ ਪੂੰਜੀ ਇਕੱਠੀ ਕਰਦੇ ਹਾਂ, ਉਹ ਹੀ ਸਾਡੀ ਪੂੰਜੀ ਇਸ ਬੈਂਕ ਵਿੱਚ ਜਮ੍ਹਾਂ ਹੋ ਜਾਂਦੀ ਹੈ। ਜੋ ਅਸੀਂ ਜਮ੍ਹਾਂ ਕਰਵਾਉਂਦੇ ਹਾਂ, ਸਾਨੂੰ ਮਿਲਦਾ ਵੀ ਉਹ ਕੁਝ ਹੀ ਹੈ। ਇਸੇ ਪੂੰਜੀ ਮੁਤਾਬਕ ਸਾਨੂੰ ਦੁੱਖ ਸੁੱਖ ਰੂਪੀ ਸੰਸਾਰ ਮਿਲਦਾ ਹੈ। ਸੁੱਖ ਦੁੱਖ ਪੂਰਵ ਜਨਮ ਕੇ ਕੀਏ। ਜਿਨ੍ਹਾਂ ਨੇ ਨਾ ਕੋਈ ਸਿਮਰਨ ਕੀਤਾ, ਨਾ ਸੇਵਾ ਕੀਤੀ, ਕੋਈ ਸੱਚੇ ਧਨ ਦੀ ਪੂੰਜੀ ਜਮ੍ਹਾਂ ਨਹੀਂ ਕਰਵਾਈ, ਉਹਨਾਂ ਦਾ ਹੀ ਜਨਮ ਫਿਰ ਸੜਕਾਂ ਕਿਨਾਰੇ ਝੁੱਗੀਆਂ ਝੌਂਪੜੀਆਂ ਵਿੱਚ ਹੁੰਦਾ ਹੈ। ਕਈਆਂ ਨੂੰ ਤੇ ਝੁੱਗੀ ਝੌਂਪੜੀ ਵੀ ਨਸੀਬ ਨਹੀਂ ਹੁੰਦੀ। 2 ਡੰਗ ਦੀ ਰੋਟੀ ਵੀ ਕਦੇ ਪੱਕਦੀ ਤੇ ਕਦੇ ਨਹੀਂ ਪੱਕਦੀ। ਤਨ ਢੱਕਣ ਨੂੰ ਵੀ ਕੱਪੜਾ ਕਈ ਵਾਰ ਨਹੀਂ ਮਿਲਦਾ। ਬਚਨ ਪੀਐ ਮਨਮੁਖ ਭਰਮ ਭੂਲੈ ਸੰਸਾਰ, ਬਿਨ ਰਾਸੀ ਕੂੜਾ ਕਰੇ ਵਾਪਾਰ, ਬਿਨ ਰਾਸੀ ਵੱਖਰ ਪੱਲੇ ਨਾ ਪਾਏ, ਮਨਮੁਖ ਭੁੱਲਾ ਜਨਮ ਗਵਾਏ। ਦੂਜੇ ਪਾਸੇ ਜਿਨ੍ਹਾਂ ਨੇ ਸੇਵਾ ਸਿਮਰਨ ਰੂਪੀ ਪੂੰਜੀ ਇਸ ਬੈਂਕ ਵਿੱਚ ਜਮ੍ਹਾਂ ਕੀਤੀ ਹੈ, ਉਹਨਾਂ ਨੂੰ ਫਿਰ ਸੁੱਖ ਰੂਪੀ ਸੰਸਾਰ ਮਿਲਦਾ ਹੈ। ਉਹਨਾਂ ਨੂੰ ਚੰਗਾ ਖਾਣ ਨੂੰ, ਚੰਗਾ ਪਾਉਣ ਨੂੰ ਤੇ ਚੰਗੀ ਜਗ੍ਹਾ ਰਹਿਣ ਨੂੰ ਨਸੀਬ ਹੁੰਦੀ ਹੈ। ਪਾਤਸ਼ਾਹ ਵੀ ਬਚਨ ਕਰਦੇ ਹਨ, ਸਾਚੋ ਵੱਖਰ ਲਾਦੀਐ, ਲਾਭ ਸਦਾ ਸੱਚ ਰਾਸ ਤਥਾ, ਸੁਖ ਮਾਨੈ ਸੁਖ ਪਹਿਨਣਾ, ਸੁਖੇ ਸੁਖ ਵਿਹਾਏ, ਨਾਨਕ ਸੋ ਨਾਉ ਮਨੋ ਨਾ ਵਿਸਾਰੀਐ, ਜਿਤ ਦਰ ਸੱਚੈ ਸ਼ੋਭਾ ਪਾਏ। ਪਰ ਇਹ ਵੀ ਬਹਿਆਈ ਖਾਈ ਜਾਂਦੇ ਹਨ, ਸਜਰਾ ਨਹੀਂ ਖਾਂਦੇ। ਭਾਵ ਪਿਛਲੀ ਇਕੱਠੀ ਕੀਤੀ ਪੂੰਜੀ ਇਹ ਵਰਤੀ ਜਾ ਰਹੇ ਹਨ ਤੇ ਅੱਗੋਂ ਇਹ ਵੀ ਕੁਝ ਨਹੀਂ ਕਰਦੇ। ਪਰ ਗੁਰਮੁਖ ਨਿਤ ਸਜਰਾ ਖਾਂਦੇ ਹਨ। ਉਹ ਸਦਾ ਨਾਮ ਧਨ ਦੀ ਪੂੰਜੀ ਇਕੱਠੀ ਕਰਦੇ ਹਨ। ਪਰਮੇਸ਼ਵਰ ਦਾ ਨਿਆਂ ਪੂਰਾ ਹੈ, ਉਸ ਵਿੱਚ ਕੋਈ ਦੋਸ਼ ਨਹੀਂ। ਦੋਸ਼ ਸਾਡੇ ਅੰਦਰ ਹੈ ਜੋ ਕਰਜ਼ਾ ਤਾਂ ਉਸ ਤੋਂ ਲੈਂਦੇ ਹਾਂ ਤੇ ਮੁਹਤਾਜੀ ਦੁਨੀਆ ਦੀ ਕਰਦੇ ਹਾਂ। ਇਹਨਾਂ ਨੂੰ ਫਿਰ ਦੁੱਖ ਰੂਪ ਦੁਨੀਆ ਹੀ ਮਿਲਦੀ ਹੈ। ਉਸ ਦਾ ਨਿਆਂ ਪੂਰਾ ਹੈ। ਪੂਰਾ ਨਿਆਂ ਕਰੇ ਕਰਤਾਰ।
ਵਵੈ ਵਾਰੀ ਆਇਆ ਮੂੜੇ। ਅਜਿਹਾ ਹੀ ਇੱਕ ਹੋਰ ਕੌਤਕ ਗੁਰਦੁਆਰਾ ਸੰਗਤਸਰ ਸਾਹਿਬ ਵਿਖੇ ਵਾਪਰਿਆ ਸੀ। ਬਾਬਾ ਜੀ ਸੰਗਤਸਰ ਸਾਹਿਬ ਕੁਟੀਆ ਵਿਖੇ ਅਧਿਆਤਮਕ ਵਿਚਾਰਾਂ ਦੀ ਸਾਂਝ ਕਰ ਰਹੇ ਸਨ ਤੇ ਸੰਗਤ ਨੂੰ ਪਰਮਾਰਥ ਤੇ ਚੱਲਣ ਦੇ ਉਪਦੇਸ਼ ਦੇ ਰਹੇ ਸਨ। ਜਿਉ ਬਚਨ ਪੀ ਹੈ ਗੁਰ ਪ੍ਰਸਾਦ ਪਾਈਐ ਪਰਮਾਰਥ, ਸਤ ਸੰਗਤ ਸੇਤੀ ਮਨ ਖਚਨਾ। ਕੁਝ ਸਮੇਂ ਬਾਅਦ ਕੁਟੀਆ ਤੋਂ ਥੋੜ੍ਹੀ ਦੂਰ ਇੱਕ ਕੂਕਰ ਆ ਕੇ ਭੌਂਕਣ ਲੱਗ ਪਿਆ। ਬਾਬਾ ਜੀ ਇੱਕ ਸੇਵਾਦਾਰ ਨੂੰ ਕਹਿੰਦੇ, ਜਾ ਪੁੱਤ, ਲੰਗਰ ਵਿੱਚੋਂ ਇਹਨੂੰ 2 ਪ੍ਰਸ਼ਾਦੇ ਲਿਆ ਕੇ ਛਕਾ ਤੇ ਨਾਲ ਦੁੱਧ ਵੀ ਛਕਾ। ਬਾਬਾ ਜੀ ਦਾ ਬਚਨ ਮੰਨ ਕੇ ਉਹ ਸੇਵਾਦਾਰ ਲੰਗਰ ਹਾਲ ਵਿੱਚ ਆ ਗਿਆ। ਉੱਥੋਂ ਪ੍ਰਸ਼ਾਦੇ ਤੇ ਦੁੱਧ ਲੈ ਕੇ ਆਇਆ ਤੇ ਉਸ ਕੁੱਕਰ ਨੂੰ ਛਕਾਏ। ਦੁੱਧ ਪ੍ਰਸ਼ਾਦੇ ਛਕ ਕੇ ਉਹ ਕੁੱਕਰ ਥੋੜ੍ਹੀ ਦੇਰ ਬਾਅਦ ਫਿਰ ਭੌਂਕਣ ਲੱਗ ਪਿਆ। ਬਾਬਾ ਜੀ ਉਸ ਨੂੰ ਕਹਿੰਦੇ, ਜਾ ਚਲਾ ਜਾ ਹੁਣ ਇੱਥੋਂ, ਨਹੀਂ ਤੇ ਤੇਰੀ ਕਿਸੇ ਨੇ ਲੱਤ ਤੋੜ ਦੇਣੀ। ਉਹ ਕੁੱਕਰ ਉੱਥੋਂ ਫਿਰ ਚਲਾ ਗਿਆ। ਭਾਈ ਸਰੂਪ ਸਿੰਘ ਕਾਲੇ ਜੋ ਕਿ ਸੰਗਤ ਵਿੱਚ ਬੈਠੇ ਹੋਏ ਸਨ, ਉਹਨਾਂ ਨੇ ਬਾਬਾ ਜੀ ਨੂੰ ਬਚਨ ਕੀਤਾ ਕਿ ਬਾਬਾ ਜੀ, ਇਹ ਕੀ ਕੌਤਕ ਸੀ? ਇਹ ਭੇਤ ਖੋਲ੍ਹੋ, ਸਾਡੀ ਸਮਝ ਵਿੱਚ ਤੇ ਕੁਝ ਨਹੀਂ ਆਇਆ। ਬਾਬਾ ਜੀ ਕਹਿੰਦੇ ਕਿ ਪੁੱਤ, ਇਹ ਕੂਕਰ ਪਿਛਲੇ ਜਨਮ ਵਿੱਚ ਇਸੇ ਪਿੰਡ ਦਾ ਹੀ ਰਹਿਣ ਵਾਲਾ ਹੈ। ਉਦੋਂ ਇਹ ਮਾਨਸ ਦੇਹੀ ਵਿੱਚ ਸੀ ਤੇ ਅਸੀਂ ਇਸ ਨੂੰ ਬੜਾ ਸਮਝਾਉਂਦੇ ਸੀ ਕਿ ਤੂੰ ਆਪਣਾ ਸਮਾਂ ਅਜਾਈਂ ਨਾ ਗਵਾ, ਕੁਝ ਸਮਾਂ ਰੱਬ ਦੇ ਲੇਖੇ ਵੀ ਲਾ ਲਿਆ ਕਰ। ਪਰ ਉਦੋਂ ਇਹ ਸਾਡੀ ਗੱਲ ਨਹੀਂ ਮੰਨਦਾ ਸੀ। ਸਮਾਂ ਖੁੰਝ ਗਿਆ ਤੇ ਹੁਣ ਕੂਕਰ ਦੀ ਜੂਨੀ ਪਿਆ ਹੈ। ਪਾਤਸ਼ਾਹ ਵੀ ਉਪਦੇਸ਼ ਦਿੰਦੇ ਹਨ ਕਿ ਜਿਨ ਦਰਸ਼ਨ ਸਤਿਗੁਰ ਸਤਿਪੁਰਖ ਨ ਪਾਇਆ ਤੇ ਭਾਗਹੀਨ ਜਮ ਮਾਰੇ, ਸੇ ਕੂਕਰ ਸ਼ੂਕਰ ਗਰਦ ਪਵਹਿ ਗਰਭ ਜੋਨੀ ਦੈ ਮਾਰੇ। ਮਹਾ ਹਤਿਆਰੇ ਤਥਾ ਗੁਰਮੰਤਰ ਹੀਨਸ ਜੋ ਪ੍ਰਾਣੀ ਤ੍ਰਿਗੰਤ ਜਨਮ ਪ੍ਰਸ਼ਟ ਨਹਿ। ਕੂਕਰ ਹੈ ਸ਼ੂਕਰ ਹੈ ਗਰਦਬੈ ਕਾਕ ਹੈ ਸਰਪ ਨਹਿ ਤੁਲ ਖਲੈ। ਪੁੱਤ, ਹੁਣ ਸਾਨੂੰ ਵਾਰ-ਵਾਰ ਆ ਕੇ ਕਹਿੰਦਾ ਹੈ ਕਿ ਬਾਬਾ ਜੀ ਮੇਰੀ ਖਲਾਸੀ ਕਰਾ ਦਿਓ, ਪਰ ਉਹ ਵੇਲਾ ਹੀ ਹੁੰਦਾ ਹੈ ਜੇ ਉਦੋਂ ਥੜਕ ਜਾਈਏ ਤੇ ਪਤਾ ਨਹੀਂ ਫਿਰ ਕਦੋਂ ਵਾਰੀ ਆਵੇ। ਬਚਨ ਪੀ ਹੈ ਵਵੈ ਵਾਰੀ ਆਇਆ ਮੂੜੇ, ਵਾਸ ਦਿਓ ਤੁਧ ਵਿਸਰਿਆ। ਇਹ ਵੇਲਾ ਨਾ ਲਹਿਸੈ ਮੂੜੇ, ਫਿਰ ਤੂੰ ਜੰਮ ਕੇ ਵਸ ਪਿਆ। ਪੁੱਤ, ਇਸ ਦੇਹੀ ਦੀ ਕਦਰ ਕਰੀਏ, ਸਮਾਂ ਅਜਾਈਂ ਗਵਾ ਲਿਆ ਤੇ ਕਿਤੇ ਮੁੜ 84 ਵਾਲੇ ਗੇੜ ਨਾ ਚਲੇ ਜਾਈਏ। ਅਸੀਂ ਇਹਨੂੰ ਇਹੀ ਕਿਹਾ ਹੈ ਕਿ ਉਹ ਵੇਲਾ ਹੀ ਸੀ, ਫਿਰ ਇਹ ਵੇਲਾ ਹੱਥ ਨਾ ਆਵੇ, ਪਰ ਤਾਪੈ ਪਛਤਾਵੈ ਗੋ। ਦੁੱਧ ਪਾਣੀ ਤੇ ਹੁਣ ਅਸੀਂ ਛਕਾ ਸਕਦੇ ਹਾਂ, ਪਰ ਖਲਾਸੀ ਤੇਰੀ ਕਰਮਾਂ ਨਾਲ ਹੀ ਹੋਏਗੀ। ਬਚਨ ਵੀ ਹੈ ਬਿਨ ਕਰਮਾ ਕਿਛੂ ਨਾ ਲੱਭਈ, ਜੇ ਫਿਰ ਹੈ ਸਭ ਧਰਨਾ। ਇਹ ਭੇਦ ਖੋਲ੍ਹ ਕੇ ਬਾਬਾ ਜੀ ਨੇ ਸੰਗਤ ਨੂੰ ਵਾਹਿਗੁਰੂ ਸਿਮਰਨ ਦਾ ਅਭਿਆਸ ਕਰਕੇ ਅਤੇ ਗੁਰਬਾਣੀ ਦਾ ਜਾਪ ਕਰਕੇ ਇਸ ਮਨੁੱਖਾ ਦੇਹੀ ਨੂੰ ਸਫਲ ਕਰਨ ਦਾ ਉਪਦੇਸ਼ ਦਿੱਤਾ। 3 ਪ੍ਰਕਾਰ ਦੀ ਸੇਵਾ। ਬਾਬਾ ਜੀ ਬੜੇ ਸੋਝੀ ਵਾਲੇ ਬਚਨ ਬਖਸ਼ਿਸ਼ ਕਰਦੇ ਹੁੰਦੇ ਸਨ। ਬੜੀ ਡੂੰਘਾਈ ਸੀ ਬਾਬਾ ਜੀ ਦੇ ਬਚਨਾਂ ਵਿੱਚ ਤੇ ਸਹੀ ਜੀਵਨ ਜਾਚ ਦੇ ਬੜੇ ਮਹਾਨ ਉਪਦੇਸ਼ ਸਨ। ਗੁਰਦੁਆਰਾ ਸੰਗਤਸਰ ਸਾਹਿਬ ਵਿਖੇ ਬਾਬਾ ਜੀ ਰੋਜ਼ਾਨਾ ਸ਼ਾਮ ਨੂੰ ਕੁਟੀਆ ਵਿਖੇ ਇਹਨਾਂ ਬਚਨਾਂ ਦੀ ਕਿਰਪਾ ਕਰਦੇ ਹੁੰਦੇ ਸਨ। ਇੱਕ ਵੇਰਾ ਗੁਰਦੁਆਰਾ ਸੰਗਤਸਰ ਸਾਹਿਬ ਵਿਖੇ ਬਾਬਾ ਜੀ ਗੁਰਮਤਿ ਵਿਚਾਰਾਂ ਦੀ ਸਾਂਝ ਕਰ ਰਹੇ ਸਨ ਕਿ ਸੇਵਾ ਦੇ ਪ੍ਰਥਾਏ ਬਚਨ ਚੱਲ ਪਏ। ਬਾਬਾ ਜੀ ਨੇ ਸੰਗਤ ਵਿੱਚ ਬਚਨ ਕੀਤਾ ਕਿ ਭਾਈ, ਸੇਵਾ 3 ਪ੍ਰਕਾਰ ਦੀ ਹੁੰਦੀ ਹੈ। ਰੇਲ ਗੱਡੀ ਦਾ ਦ੍ਰਿਸ਼ਟਾਂਤ ਦੇ ਕੇ ਸਮਝਾਇਆ ਕਿ ਜਿਵੇਂ ਰੇਲ ਗੱਡੀ ਵਿੱਚ ਫਸਟ ਕਲਾਸ ਦੀ ਟਿਕਟ, ਸੈਕੰਡ ਕਲਾਸ ਦੀ ਟਿਕਟ ਤੇ ਥਰਡ ਕਲਾਸ ਭਾਵ ਜਨਰਲ ਡੱਬੇ ਦੀ ਟਿਕਟ ਹੁੰਦੀ ਹੈ, ਇਸੇ ਤਰ੍ਹਾਂ ਵੀ ਸੇਵਾ 3 ਪ੍ਰਕਾਰ ਦੀ ਹੁੰਦੀ ਹੈ। ਫਸਟ ਕਲਾਸ ਦੀ ਸੇਵਾ, ਸੈਕੰਡ ਕਲਾਸ ਦੀ ਸੇਵਾ ਅਤੇ ਥਰਡ ਕਲਾਸ ਭਾਵ ਜਨਰਲ ਕਲਾਸ ਦੀ ਸੇਵਾ। ਫਸਟ ਕਲਾਸ ਦੀ ਸੇਵਾ ਤੋਂ ਭਾਵ ਹੈ ਕਿ ਜਿੱਥੇ ਸੇਵਾ ਚੱਲਦੀ ਹੋਵੇ ਉੱਥੇ ਆਪ ਹੱਥੀਂ ਰਸਦ ਲੈ ਕੇ ਜਾਂ ਸਮਾਨ ਲੈ ਕੇ ਆਪਣੇ ਹੱਥੀਂ ਸੇਵਾ ਵਿੱਚ ਲਾਉਣਾ। ਜਿਵੇਂ ਗੁਰੂ ਕੇ ਲੰਗਰ ਵਿੱਚ ਰਸਦ ਲੈ ਕੇ ਜਾਣੀ ਤੇ ਆਪਣੇ ਹੱਥੀਂ ਲੰਗਰ ਤਿਆਰ ਕਰਕੇ ਸੰਗਤ ਨੂੰ ਛਕਾਉਣਾ, ਇਹ ਫਸਟ ਕਲਾਸ ਦੀ ਸੇਵਾ ਹੈ ਤੇ ਇਸ ਤਰ੍ਹਾਂ ਦੀ ਸੇਵਾ ਦਾ ਪੂਰਾ ਫਲ ਮਿਲਦਾ ਹੈ। ਬਚਨ ਪੀਐ ਹੱਥੀ ਕਾਰ ਕਮਾਵਨੀ, ਪੈਰੀ ਚੱਲ ਸਤ ਸੰਗ ਮਿਲੇਹੀ। ਕਿਰਤ ਵਿਰਤ ਕਰ ਧਰਮ ਦੀ, ਖੱਟ ਖਵਾਲਨ ਕਾਰ ਕਰੇਹੀ। ਸੈਕੰਡ ਕਲਾਸ ਦੀ ਸੇਵਾ ਤੋਂ ਭਾਵ ਹੈ ਕਿ ਸੇਵਾ ਚੱਲਦੀ ਹੋਵੇ,
ਤੇ ਪੂਰਾ ਭਰੋਸਾ ਹੋਵੇ ਕਿ ਦਿੱਤੀ ਵਸਤੂ ਜਾਂ ਮਾਇਆ ਸੇਵਾ ਵਿੱਚ ਲੱਗ ਜਾਏਗੀ। ਇਹ ਸੈਕੰਡ ਕਲਾਸ ਦੀ ਸੇਵਾ ਹੈ ਤੇ ਇਸ ਤਰ੍ਹਾਂ ਦੀ ਸੇਵਾ ਦਾ ਫਲ 3 ਵਿੱਚੋਂ 2 ਹਿੱਸੇ ਮਿਲਦਾ ਹੈ। ਸੇਵਕ ਸੱਚੇ ਸਾਹ ਕੇ ਸੇਈ ਪਰਵਾਨ, ਦੂਜਾ ਸੇਵਨ ਨਾਨਕਾ ਸੇ ਪਚ ਪਚ ਮੋਏ ਅਜਾਨ। ਥਰਡ ਕਲਾਸ ਭਾਵ ਜਨਰਲ ਕਲਾਸ ਦੀ ਸੇਵਾ ਤੋਂ ਭਾਵ ਹੈ ਕਿ ਮਾਇਆ ਭੇਟਾ ਕਰ ਆਉਣੀ ਤੇ ਉਸ ਦਾ ਕੋਈ ਪਤਾ ਸੁਰ ਵੀ ਨਹੀਂ ਹੋਣਾ ਕਿ ਕਿੱਥੇ ਲੱਗਣੀ ਹੈ ਜਾਂ ਕਿਵੇਂ ਲੱਗਣੀ ਹੈ। ਜਿਵੇਂ ਜਨਰਲ ਡੱਬੇ ਵਿੱਚ ਚੜ੍ਹੇ ਯਾਤਰੀ ਨੂੰ ਧੱਕੇ ਹੀ ਪੈਂਦੇ ਹਨ ਤੇ ਕੋਈ ਪਤਾ ਨਹੀਂ ਹੁੰਦਾ ਕਿ ਡੱਬੇ ਵਿੱਚ ਸੀਟ ਮਿਲੇਗੀ ਵੀ ਕਿ ਨਹੀਂ, ਇਸੇ ਤਰ੍ਹਾਂ ਹੀ ਜਨਰਲ ਕਲਾਸ ਭਾਵ ਥਰਡ ਕਲਾਸ ਦੀ ਸੇਵਾ ਹੁੰਦੀ ਹੈ। ਇਹ ਵੀ ਪਤਾ ਨਹੀਂ ਹੁੰਦਾ ਕਿ ਮਾਇਆ ਸੇਵਾ ਵਿੱਚ ਲੱਗੇਗੀ ਵੀ ਕਿ ਨਹੀਂ। ਇਹ ਜਨਰਲ ਕਲਾਸ ਦੀ ਸੇਵਾ ਹੈ ਤੇ ਇਸ ਤਰ੍ਹਾਂ ਦੀ ਸੇਵਾ ਦਾ ਫਲ 3 ਵਿੱਚੋਂ 1 ਹਿੱਸਾ ਹੀ ਮਿਲਦਾ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਵੀ ਚੌਬਲੇ ਦੀ ਬਾਣੀ ਵਿੱਚ ਬਖਸ਼ਿਸ਼ ਕਰਦੇ ਹਨ ਕਿ ਪਰਮਾਤਮਾ ਕਿਸੇ ਦੀ ਮਾਇਆ 'ਤੇ ਨਹੀਂ ਰੀਝਦਾ, ਉਹ ਤਾਂ ਸੇਵਕਾਂ ਦੇ ਪ੍ਰੇਮ ਉੱਤੇ ਰੀਝਦਾ ਹੈ। ਜੇ ਉਹ ਤੇਰੇ ਦਿੱਤੇ ਦਾਨ 'ਤੇ ਰੀਝਦਾ ਹੋਵੇ ਤਾਂ ਕੀ ਰਾਵਣ ਕੋਈ ਕੰਗਾਲ ਨਹੀਂ ਸੀ ਜਿਸ ਨੇ ਸ਼ਿਵ ਜੀ ਭਗਵਾਨ ਨੂੰ ਖੁਸ਼ ਕਰਨ ਲਈ ਆਪਣੇ ਸਿਰ ਕੱਟ ਕੇ ਦੇ ਦਿੱਤੇ ਸਨ। ਸਾਮਣ ਜੋ ਇਸ ਪ੍ਰੇਮ ਕੀ ਦਮ ਕਿਉ ਹੋਤੀ ਸਾਟ, ਰਾਵਣ ਹੁਤੇ ਸੋ ਰੰਕ ਨੇ ਜਿਨ ਸਿਰ ਦੀਨੇ ਕਾਟ। ਪਰ ਅੱਜ ਅਸੀਂ 10 ਦਮੜੇ ਭੇਟਾ ਕਰਕੇ ਸਮਝਦੇ ਹਾਂ ਕਿ ਪਤਾ ਨਹੀਂ ਕਿੰਨੀ ਕੁ ਸੇਵਾ ਕਰ ਲਈ ਹੈ। ਪਰਮਾਤਮਾ ਕਿਸੇ ਦੀ ਮਾਇਆ 'ਤੇ ਨਹੀਂ ਰੀਝਦਾ, ਉਹ ਰੀਝਦਾ ਹੈ ਸੇਵਾ ਦੀ ਭਾਵਨਾ 'ਤੇ। ਇੱਕ ਸ਼ਾਇਰ ਨੇ ਵੀ ਬੜਾ ਸੋਹਣਾ ਲਿਖਿਆ ਹੈ, ਰੱਬ ਕਦੇ ਤੇਰੀਆਂ ਦਿੱਤੀਆਂ 'ਤੇ ਖੁਸ਼ ਨਹੀਂ ਹੁੰਦਾ, ਉਹ ਖੁਸ਼ ਹੁੰਦਾ ਜੋ ਉਹਦੀਆਂ ਦਿੱਤੀਆਂ 'ਤੇ ਖੁਸ਼ ਹੋ ਜਾਂਦਾ। ਐਸੇ ਮਹਾਨ ਬਚਨ ਸਰਵਣ ਕਰਾ ਕੇ ਬਾਬਾ ਜੀ ਸਦਾ ਭਾਵਨਾ ਨਾਲ ਆਪ ਹੱਥੀਂ ਸੇਵਾ ਕਰਨ ਲਈ ਸੰਗਤ ਨੂੰ ਪ੍ਰੇਰਿਤ ਕਰਦੇ ਹੁੰਦੇ ਸਨ। ਰਿਖੀ ਸੁਕਰਾਤ ਦੀ ਸਾਖੀ। ਸੰਗਤਸਰ ਸਾਹਿਬ ਕੁਟੀਆ ਵਿਖੇ ਹੀ ਇੱਕ ਵਾਰ ਜੋਤਿਸ਼ ਵਿਦਿਆ ਦੀ ਵਿਚਾਰ ਚੱਲ ਪਈ। ਕਿਸੇ ਸੱਜਣ ਨੇ ਬਾਬਾ ਜੀ ਨੂੰ ਜੋਤਿਸ਼ ਵਿਦਿਆ ਬਾਰੇ ਪੁੱਛਿਆ। ਬਾਬਾ ਜੀ ਨੇ ਯੂਨਾਨ ਦੇ ਰਿਖੀ ਸੁਕਰਾਤ ਦੀ ਸਾਖੀ ਸਰਵਣ ਕਰਾਈ ਕਿ ਇੱਕ ਵਾਰ ਸੁਕਰਾਤ ਰਿਖੀ ਸ਼ਾਮ ਦੇ ਸਮੇਂ ਤੁਰਿਆ ਜਾ ਰਿਹਾ ਸੀ। ਆਕਾਸ਼ ਦੇ ਤਾਰਿਆਂ ਵੱਲ ਦੇਖ ਕੇ ਜੋਤਿਸ਼ ਲਾ ਰਿਹਾ ਸੀ। ਰਸਤੇ ਵਿੱਚ ਅੱਗੇ ਇੱਕ ਅੰਨਾ ਖੂਹ ਸੀ ਤੇ ਰਿਖੀ ਸੁਕਰਾਤ ਉਸ ਖੂਹ ਵਿੱਚ ਡਿੱਗ ਪਿਆ। ਹੁਣ ਉੱਚੀ ਉੱਚੀ ਪੁਕਾਰਦਾ ਕਿ ਮੇਰੀ ਮਦਦ ਕਰੋ, ਮੈਨੂੰ ਬਾਹਰ ਕੱਢੋ। ਉੱਥੇ ਇੱਕ ਖਰਬੂਜਿਆਂ ਦਾ ਖੇਤ ਸੀ ਤੇ ਇੱਕ ਮਾਤਾ ਉਹਨਾਂ ਦੀ ਰਾਖੀ ਬੈਠੀ ਸੀ। ਰਿਖੀ ਸੁਕਰਾਤ ਦੀ ਆਵਾਜ਼ ਸੁਣ ਕੇ ਮਾਤਾ ਖੂਹ ਵੱਲ ਆਈ। ਉਸਨੇ ਰਿਖੀ ਸੁਕਰਾਤ ਨੂੰ ਖੂਹ ਵਿੱਚ ਡਿੱਗਿਆ ਦੇਖਿਆ ਤਾਂ ਰੱਸੀ ਦਾ ਇੰਤਜ਼ਾਮ ਕਰਕੇ ਸੁਕਰਾਤ ਨੂੰ ਖੂਹ ਵਿੱਚੋਂ ਕੱਢਿਆ। ਸੁਕਰਾਤ ਖੂਹ ਵਿੱਚੋਂ ਬਾਹਰ ਆਇਆ ਤੇ ਉਸਨੇ ਮਾਤਾ ਦਾ ਧੰਨਵਾਦ ਕੀਤਾ। ਉਸਨੇ ਮਾਤਾ ਨੂੰ ਦੱਸਿਆ ਕਿ ਮੈਂ ਮਸ਼ਹੂਰ ਜੋਤਸ਼ੀ ਰਿਖੀ ਸੁਕਰਾਤ ਹਾਂ, ਮੈਂ ਤਾਰੇ ਦੇਖ ਕੇ ਜੋਤਿਸ਼ ਲਗਾਉਂਦਾ ਹਾਂ। ਤੁਸੀਂ ਮੇਰੀ ਮਦਦ ਕੀਤੀ ਹੈ, ਤੁਸੀਂ ਮੇਰੇ ਕੋਲੋਂ ਜੋਤਿਸ਼ ਲਵਾਉਣ ਲਈ ਜਦੋਂ ਮਰਜ਼ੀ ਆ ਜਾਇਆ ਕਰੋ, ਮੈਂ ਸਭ ਤੋਂ ਪਹਿਲਾਂ ਤੁਹਾਡੀ ਵਾਰੀ ਲਾਵਾਂਗਾ। ਸੁਕਰਾਤ ਦੀ ਗੱਲ ਸੁਣ ਕੇ ਮਾਤਾ ਕਹਿੰਦੀ ਕਿ ਅੱਛਾ ਤੂੰ ਸੁਕਰਾਤ ਹੈ, ਜੇ ਮੈਨੂੰ ਪਹਿਲੇ ਪਤਾ ਹੁੰਦਾ ਕਿ ਤੂੰ ਸੁਕਰਾਤ ਹੈ ਤਾਂ ਮੈਂ ਤੈਨੂੰ ਖੂਹ ਵਿੱਚੋਂ ਹੀ ਨਹੀਂ ਕੱਢਣਾ ਸੀ। ਤੂੰ ਲੋਕਾਂ ਦੇ ਭਵਿੱਖ 'ਤੇ ਦੱਸਦਾ ਫਿਰਦਾ ਹੈ, ਤੈਨੂੰ ਆਪਣੇ ਭਵਿੱਖ ਦਾ ਨਹੀਂ ਪਤਾ ਸੀ ਕਿ ਤੂੰ ਖੂਹ ਵਿੱਚ ਡਿੱਗ ਪੈਣਾ। ਸੁਕਰਾਤ ਨੇ ਮਾਤਾ ਦੇ ਇਹ ਸ਼ਬਦ ਸੁਣੇ ਤਾਂ ਉਸ ਦੇ ਜੋਤਿਸ਼ ਗਿਆਨ ਨੂੰ ਬੜੀ ਠੇਸ ਲੱਗੀ। ਮਾਤਾ ਦੇ ਸ਼ਬਦਾਂ ਦਾ ਉਸ 'ਤੇ ਬਹੁਤ ਅਸਰ ਹੋਇਆ। ਸੁਕਰਾਤ ਨੇ ਉਸੇ ਦਿਨ ਤੋਂ ਜੋਤਿਸ਼ ਲਾਉਣਾ ਛੱਡ ਦਿੱਤਾ ਤੇ ਆਪਣੇ ਸਭ ਕਿਤਾਬੀ ਗਿਆਨ ਦੇ ਗ੍ਰੰਥ ਅਗਨ ਭੇਟ ਕਰ ਦਿੱਤੇ। ਸੰਗਤ ਨੂੰ ਰਿਖੀ ਸੁਕਰਾਤ ਦੀ ਇਹ ਸਾਖੀ ਸੁਣਾ ਕੇ ਜੋਤਿਸ਼ ਵਿਦਿਆ ਬਾਰੇ ਬਾਬਾ ਜੀ ਨੇ ਦੱਸਿਆ ਕਿ ਪੁੱਤ ਇਹਨਾਂ ਦੀ ਇਹ ਗੱਲ ਹੁੰਦੀ ਹੈ ਕਿ ਪੰਡਤ ਪੜ੍ਹ ਪੰਡਤ ਅਵਰਾ ਸਮਝਾਏ, ਘਰ ਜਲ ਤੇ ਕੀ ਖਬਰ ਨਾ ਪਾਏ। ਪੁੱਤ ਕੋਈ ਬਹੁਤ ਸਿਆਣਾ ਰਿਖੀ ਹੋਵੇ ਤਾਂ ਉਹ ਥੋੜ੍ਹੀ ਬਹੁਤ ਜੋਤਿਸ਼ ਲਗਾ ਲੈਂਦਾ ਹੈ, ਪਰ ਬਹੁਤਾ ਮਾਇਆ ਦਾ ਹੀ ਵਪਾਰ ਚੱਲ ਪਿਆ। ਗੁਰੂ ਅਮਰਦਾਸ ਜੀ ਵੀ ਰਾਗ ਵਡਹੰਸ ਵਿੱਚ ਬਖਸ਼ਿਸ਼ ਕਰਦੇ ਹਨ ਕਿ ਪੰਡਤ ਜੋਤਸ਼ੀ ਸਭ ਗ੍ਰੰਥ ਪੜ੍ਹ ਪੜ੍ਹ ਕੇ ਪੁਕਾਰਦੇ ਹਨ, ਪਰ ਇਹਨਾਂ ਅੰਦਰ ਲੋਭ ਦਾ ਹੀ ਵਪਾਰ ਹੈ। ਜੋ ਪ੍ਰਮਾਤਮਾ ਨੇ ਧੁਰ ਦਰਗਾਹ ਤੋਂ ਲਿਖ ਦਿੱਤਾ ਹੈ ਉਸ ਨੂੰ ਇਹ ਜੋਤਸ਼ੀ ਪੰਡਤ ਮੇਟ ਨਹੀਂ ਸਕਦੇ, ਉਹ ਅਟਲ ਹੈ। ਜੋ ਪ੍ਰਮਾਤਮਾ ਦੇ ਨਾਮ ਸੰਗ ਜੁੜੇ ਹਨ ਉਹ ਗੁਰਮੁਖ ਪਿਆਰੇ ਹੀ ਸੁਖੀ ਹਨ, ਹੋਰ ਸਭ ਸੰਸਾਰ ਦੁਖੀ ਹੈ, ਭਾਵੇਂ ਕਿਸੇ ਵੀ ਤਰ੍ਹਾਂ ਦੀ ਜੋਤਿਸ਼ ਲਗਵਾ ਲਵੇ। ਪੰਡਤ ਜੋਤ ਕੀ ਸਭ ਪੜ੍ਹ ਪੜ੍ਹ ਕੂਕਦੇ, ਕਿਸ ਪੈ ਕਰੈ ਪੁਕਾਰਾ ਰਾਮ।
ਮਾਇਆ ਮੋਹ ਅੰਤਰ ਮਲ ਲਾਗੈ, ਮਾਇਆ ਕੇ ਵਾਪਾਰਾ ਰਾਮ। ਮਾਇਆ ਕੇ ਵਾਪਾਰਾ ਜਗਤ ਪਿਆਰਾ, ਆਵਣ ਜਾਣ ਦੁਖ ਪਾਈ। ਬਿਖ ਕਾ ਕੀੜਾ ਬਿਖ ਸਿਉ ਲਾਗਾ, ਬਿਸ਼ਟਾ ਮਾਹੇ ਸਮਾਈ। ਜੋ ਧੁਰ ਲਿਖਿਆ ਸੋਇ ਕਮਾਵੈ, ਕੋਈ ਨ ਮੇਟਣ ਹਾਰਾ। ਨਾਨਕ ਨਾਮ ਰਤੇ ਤਿਨ ਸਦਾ, ਸੁਖ ਪਾਇਆ ਹੋਰ ਮੂਰਖ ਕੂਕ ਮੋਏ ਗਾਵਾਰਾ। ਗੁਰੂ ਨਾਨਕ ਪਾਤਸ਼ਾਹ ਜੀ ਵੀ ਰਾਗ ਰਾਮਕਲੀ ਵਿੱਚ ਬਖਸ਼ਿਸ਼ ਕਰਦੇ ਹਨ ਕਿ ਜੋਤਸ਼ੀ ਗਿਣਤੀਆਂ ਮਿਣਤੀਆਂ ਕਰਕੇ ਜਨਮ ਪੱਤਰੀ ਬਣਾਉਂਦਾ ਹੈ। ਜੋਤਿਸ਼ ਦਾ ਹਿਸਾਬ ਆਪ ਪੜ੍ਹਦਾ ਹੈ ਅਤੇ ਜਜਮਾਨ ਨੂੰ ਸੁਣਾਉਂਦਾ ਹੈ, ਪਰ ਅਸਲੀਅਤ ਨੂੰ ਉਹ ਆਪ ਨਹੀਂ ਜਾਣਦਾ। ਇਹਨਾਂ ਸਭ ਵਿਚਾਰਾਂ ਵਿੱਚ ਪੈਣ ਨਾਲੋਂ ਸ੍ਰੇਸ਼ਟ ਵਿਚਾਰ ਗੁਰੂ ਸ਼ਬਦ ਦੇ ਵਿੱਚ ਮਨ ਨੂੰ ਜੋੜਨਾ ਹੈ। ਗੁਰੂ ਸ਼ਬਦ ਤੋਂ ਬਿਨਾਂ ਹੋਰ ਸਭ ਵਿਚਾਰਾਂ ਵਿਅਰਥ ਹਨ। ਗੁਰੂ ਸਾਹਿਬ ਜੀ ਦਾ ਫਰਮਾਨ ਹੈ, ਗਣ ਗਣ ਜੋਤਕ ਕਾਂਢੀ ਕੀਨੀ, ਪੜਾ ਸੁਣਾਵੈ ਤਤ ਨ ਚੀਨੀ। ਸਭ ਸੈ ਊਪਰ ਗੁਰ ਸ਼ਬਦ ਵਿਚਾਰ, ਸਭ ਸੈ ਊਪਰ ਗੁਰ ਸ਼ਬਦ ਵਿਚਾਰ। ਹੋਰ ਕਥਨੀ ਬਦੋ ਨ ਸਗਲੀ ਸਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।